ਹਿੰਦ ਪਾਕ ਵੰਡ ਦੇ 2-3 ਵਰਿਆਂ ਪਿੱਛੋਂ ਪਾਕਿਸਤਾਨ ਅਤੇ ਹਿੰਦੁਸਤਾਨ ਦੀਆਂ ਹਕੂਮਤਾਂ ਨੂੰ ਖਿਆਲ ਆਇਆ ਕਿ ਇਖਲਾਕੀ ਕੈਦੀਆਂ ਵਾਂਗ ਪਾਗਲਾਂ ਦਾ ਵੀ ਵਟਾਂਦਰਾ ਹੋਣਾ ਚਾਹੀਦਾ ਹੈ। ਯਾਨੀ ਜਿਹੜੇ ਮੁਸਲਮਾਨ ਪਾਗਲ ਹਿੰਦੁਸਤਾਨ ਦੇ ਪਾਗਲਖਾਨਿਆਂ ਵਿੱਚ ਨੇ ਉਹਨਾਂ ਨੂੰ ਪਾਕਿਸਤਾਨ ਭੇਜ ਦਿੱਤਾ ਜਾਵੇ ਅਤੇ ਜਿਹੜੇ ਹਿੰਦੂ ਅਤੇ ਸਿੱਖ ਪਾਕਿਸਤਾਨ ਦੇ ਪਾਗਲਖਾਨਿਆਂ ਵਿੱਚ ਨੇ ਉਹਨਾਂ ਨੂੰ ਹਿੰਦੁਸਤਾਨ ਦੇ ਹਵਾਲੇ ਕਰ ਦਿੱਤਾ ਜਾਵੇ। ਪਤਾ ਨਹੀਂ ਇਹ ਗੱਲ ਜਾਇਜ਼ ਸੀ ਜਾਂ ਨਾਜਾਇਜ਼। ਚਲੋ ਫਿਰ ਵੀ ਸੂਝਵਾਨਾਂ ਦੇ ਫੈਸਲੇ ਅਨੁਸਾਰ ਇੱਧਰ ਉੱਧਰ ਉੱਚ ਪੱਧਰੀ ਕਾਨਫਰੰਸਾਂ ਹੋਈਆਂ ਅਤੇ ਅਖੀਰ ਪਾਗਲਾਂ ਦੇ ਵਟਾਂਦਰੇ ਲਈ ਇੱਕ ਦਿਨ ਨਿਸ਼ਚਿਤ ਹੋ ਗਿਆ। ਚੰਗੀ ਤਰ੍ਹਾਂ ਛਾਣਬੀਣ ਕੀਤੀ ਗਈ। ਉਹ ਮੁਸਲਮਾਨ ਪਾਗਲ ਜਿਨ੍ਹਾਂ ਦੇ ਰਿਸ਼ਤੇਦਾਰ ਹਿੰਦੁਸਤਾਨ ਵਿੱਚ ਹੀ ਸਨ ਉੱਥੇ ਰਹਿਣ ਦਿੱਤੇ ਗਏ। ਬਾਕੀ ਜਿਹੜੇ ਬਚੇ ਉਹਨਾਂ ਨੂੰ ਸਰਹੱਦ ਤੇ ਭੇਜ ਦਿੱਤਾ ਗਿਆ। ਇੱਧਰੋਂ ਪਾਕਿਸਤਾਨ ਤੋਂ ਕਿਉਂਕਿ ਲਗਭਗ ਸਾਰੇ ਹਿੰਦੂ ਸਿੱਖ ਪਾਗਲ ਸਨ, ਸਾਰੇ ਦੇ ਸਾਰੇ ਪੁਲਿਸ ਦੀ ਰਖਵਾਲੀ ਵਿੱਚ ਸਰਹੱਦ ਉੱਤੇ ਪਹੁੰਚਾ ਦਿੱਤੇ ਗਏ। ਉੱਧਰ ਦਾ ਪਤਾ ਨਹੀਂ, ਪਰੰਤੂ ਇੱਧਰ ਲਾਹੌਰ ਦੇ ਪਾਗਲਖਾਨੇ ਵਿੱਚ ਜਦੋਂ ਇਸ ਤਬਾਦਲੇ ਦੀ ਖਬਰ ਪੁੱਜੀ ਤਾਂ ਬੜੀ ਦਿਲਚਸਪ ਚਰਚਾ ਹੋਣ ਲੱਗੀ। ਇੱਕ ਮੁਸਲਮਾਨ ਪਾਗਲ ਜੋ 12 ਵਰਿਆਂ ਤੋਂ ਹਰ ਰੋਜ਼ ਬਕਾਇਦਾ ਜ਼ਮੀਂਦਾਰ ਪੜ੍ਹਦਾ ਸੀ, ਉਸ ਤੋਂ ਜਦੋਂ ਉਸਦੇ ਇੱਕ ਦੋਸਤ ਨੇ ਪੁੱਛਿਆ, ਮੌਲਵੀ ਸਾਹਿਬ ਇਹ ਪਾਕਿਸਤਾਨ ਕੀ ਹੁੰਦਾ ਹੈ, ਤਾਂ ਉਸਨੇ ਬੜੀ ਸੋਚ ਵਿਚਾਰ ਪਿੱਛੋਂ ਜਵਾਬ ਦਿੱਤਾ, ਹਿੰਦੁਸਤਾਨ ਵਿੱਚ ਇੱਕ ਅਜਿਹੀ ਥਾਂ ਹੈ ਜਿੱਥੇ ਉਸਤਰੇ ਬਣਦੇ ਨੇ, ਉਹ ਆ ਪਾਕਿਸਤਾਨ। ਹਾਂ, ਉਹ ਪਾਕਿਸਤਾਨ ਹੈ। ਇਹ ਜਵਾਬ ਸੁਣ ਕੇ ਉਸਦੇ ਦੋਸਤ ਦਾ ਮਨ ਟਿਕਿਆ। ਇਸੇ ਤਰ੍ਹਾਂ ਇੱਕ ਸਿੱਖ ਪਾਗਲ ਨੇ ਇੱਕ ਹੋਰ ਸਿੱਖ ਪਾਗਲ ਤੋਂ ਪੁੱਛਿਆ, ਸਰਦਾਰ ਜੀ ਸਾਨੂੰ ਹਿੰਦੁਸਤਾਨ ਕਿਉਂ ਭੇਜਿਆ ਜਾ ਰਿਹਾ? ਸਾਨੂੰ ਤਾਂ ਉੱਥੋਂ ਦੀ ਬੋਲੀ ਵੀ ਨਹੀਂ ਆਉਂਦੀ। ਦੂਜਾ ਮੁਸਕਰਾਇਆ, ਮੈਨੂੰ ਤਾਂ ਹਿੰਦੂ ਤੋੜੋਂ ਦੀ ਬੋਲੀ ਆਉਂਦੀ ਹੈ ਨਾ। ਹਿੰਦੁਸਤਾਨੀ ਬੜੇ ਸ਼ੈਤਾਨੀ ਆਕੜ ਫਿਰਦੇ ਨੇ, ਆਉਂਦੀ ਮੈਨੂੰ ਹਿੰਦੂ ਤੋੜੋਂ ਦੀ ਬੋਲੀ। ਇੱਕ ਦਿਨ ਨਹਾਉਂਦਿਆਂ ਇੱਕ ਮੁਸਲਮਾਨ ਪਾਗਲ ਨੇ ਪਾਕਿਸਤਾਨ ਜ਼ਿੰਦਾਬਾਦ ਦਾ ਨਾਰਾ ਇੰਨੇ ਜ਼ੋਰ ਨਾਲ ਮਾਰਿਆ ਕਿ ਫਰਸ਼ ਉੱਤੇ ਤਿਲਕ ਡਿੱਗ ਪਿਆ ਤੇ ਬੇਹੋਸ਼ ਹੋ ਗਿਆ। ਤੇ ਕਈ ਪਾਗਲ ਅਜਿਹੇ ਵੀ ਸਨ ਜਿਹੜੇ ਪਾਗਲ ਨਹੀਂ ਸਨ। ਉਹਨਾਂ ਵਿੱਚ ਬਹੁ ਗਿਣਤੀ ਅਜਿਹੇ ਕਾਤਲਾਂ ਦੀ ਸੀ ਜਿਨ੍ਹਾਂ ਦੇ ਰਿਸ਼ਤੇਦਾਰਾਂ ਨੇ ਅਫਸਰਾਂ ਨੂੰ ਕੁਝ ਦੇ ਦਵਾ ਕੇ ਪਾਗਲਖਾਨੇ ਭਿਜਵਾ ਦਿੱਤਾ ਸੀ ਤਾਂ ਕਿ ਉਹ ਫਾਂਸੀ ਦੇ ਫੰਦੇ ਤੋਂ ਬਚ ਜਾਣ। ਇਹ ਪਾਗਲ ਕੁਝ ਸਮਝਦੇ ਸਨ ਕਿ ਹਿੰਦੁਸਤਾਨ ਦੀ ਤਕਸੀਮ ਕਿਉਂ ਹੋਈ ਅਤੇ ਇਹ ਪਾਕਿਸਤਾਨ ਕੀ ਹੈ, ਪਰੰਤੂ ਸਹੀ ਘਟਨਾਵਾਂ ਤੋਂ ਉਹ ਵੀ ਅਣਜਾਣ ਸਨ। ਅਖਬਾਰਾਂ ਤੋਂ ਉਹਨਾਂ ਨੂੰ ਕੁਝ ਪਤਾ ਨਹੀਂ ਸੀ ਲੱਗਦਾ ਤੇ ਪਹਿਰੇਦਾਰ ਸਿਪਾਹੀ ਅਨਪੜ੍ਹ ਅਤੇ ਮੂੜ ਸਨ ਜਿਨ੍ਹਾਂ ਦੀ ਗੱਲਬਾਤ ਤੋਂ ਵੀ ਉਹ ਕਿਸੇ ਨਤੀਜੇ ਤੇ ਨਹੀਂ ਸਨ ਪਹੁੰਚ ਸਕਦੇ। ਉਹਨਾਂ ਨੂੰ ਕੇਵਲ ਇੰਨਾ ਪਤਾ ਸੀ ਕਿ ਇੱਕ ਆਦਮੀ ਮੁਹੰਮਦ ਅਲੀ ਜਿਨਾ ਹੈ ਜਿਸ ਨੂੰ ਕਾਇਦੇ ਆਜ਼ਮ ਕਹਿੰਦੇ ਨੇ। ਉਸਨੇ ਮੁਸਲਮਾਨਾਂ ਵਾਸਤੇ ਇੱਕ ਵੱਖਰਾ ਮੁਲਕ ਬਣਾਇਆ ਜਿਸ ਦਾ ਨਾਂ ਹੈ ਪਾਕਿਸਤਾਨ। ਇਹ ਕਿੱਥੇ ਹੈ, ਇਸ ਦੀ ਭੂਗੋਲਿਕ ਸਥਿਤੀ ਕੀ ਹੈ, ਇਸ ਦੇ ਬਾਰੇ ਕੁਝ ਵੀ ਨਹੀਂ ਸੀ ਜਾਣਦੇ। ਇਹੀ ਕਾਰਨ ਹੈ ਕਿ ਪਾਗਲਖਾਨੇ ਵਿੱਚ ਉਹ ਸਭ ਪਾਗਲ ਜਿਨ੍ਹਾਂ ਦਾ ਦਿਮਾਗ ਪੂਰੀ ਤਰ੍ਹਾਂ ਨਹੀਂ ਸੀ ਹਿੱਲਿਆ ਇਸ ਭੰਬਲ ਭੂਸੇ ਵਿੱਚ ਪਏ ਹੋਏ ਸਨ ਕਿ ਉਹ ਪਾਕਿਸਤਾਨ ਵਿੱਚ ਨੇ ਜਾਂ ਹਿੰਦੁਸਤਾਨ ਵਿੱਚ। ਜੇ ਹਿੰਦੁਸਤਾਨ ਵਿੱਚ ਨੇ ਤਾਂ ਫਿਰ ਪਾਕਿਸਤਾਨ ਕਿੱਥੇ ਹੈ, ਤੇ ਜੇ ਪਾਕਿਸਤਾਨ ਵਿੱਚ ਨੇ ਤਾਂ ਇਹ ਕਿਵੇਂ ਹੋ ਸਕਦਾ ਹੈ ਕਿ ਉਹ ਕੁਝ ਦੇਰ ਪਹਿਲਾਂ ਇੱਥੇ ਰਹਿੰਦੇ ਹਿੰਦੁਸਤਾਨ ਵਿੱਚ ਸਨ। ਇੱਕ ਪਾਗਲ ਤਾਂ ਹਿੰਦੁਸਤਾਨ ਤੇ ਪਾਕਿਸਤਾਨ ਅਤੇ ਪਾਕਿਸਤਾਨ ਤੇ ਹਿੰਦੁਸਤਾਨ ਦੇ ਚੱਕਰ ਵਿੱਚ ਕੁਝ ਅਜਿਹਾ ਫਸਿਆ ਕਿ ਹੋਰ ਜ਼ਿਆਦਾ ਪਾਗਲ ਹੋ ਗਿਆ। ਝਾੜੂ ਦਿੰਦਿਆਂ ਉਹ ਇੱਕ ਦਿਨ ਰੁੱਖ ਉੱਤੇ ਚੜ ਗਿਆ ਅਤੇ ਟਾਹਣੇ ਉੱਤੇ ਬੈਠ ਕੇ 2 ਘੰਟੇ ਲਗਾਤਾਰ ਤਕਰੀਰ ਕਰਦਾ ਰਿਹਾ ਜੋ ਪਾਕਿਸਤਾਨ ਅਤੇ ਹਿੰਦੁਸਤਾਨ ਦੇ ਨਾਜ਼ੁਕ ਮਾਮਲੇ ਉੱਤੇ ਸੀ। ਸਿਪਾਹੀਆਂ ਨੇ ਜਦ ਉਹਨੂੰ ਹੇਠ ਉਤਰਨ ਲਈ ਕਿਹਾ ਤਾਂ ਹੋਰ ਉੱਤੇ ਚੜ ਗਿਆ। ਜਦ ਉਹਨੂੰ ਡਰਾਇਆ ਧਮਕਾਇਆ ਗਿਆ ਤਾਂ ਉਸਨੇ ਕਿਹਾ, ਮੈਂ ਨਾ ਹਿੰਦੁਸਤਾਨ ਵਿੱਚ ਰਹਿਣਾ ਚਾਹੁੰਦਾ ਤੇ ਨਾ ਪਾਕਿਸਤਾਨ ਵਿੱਚ। ਮੈਂ ਇਸੇ ਰੁੱਖ ਉੱਤੇ ਰਹੂੰਗਾ, ਇਸੇ ਰੁੱਖ ਤੇ ਰਹੂੰਗਾ। ਮੈਂ ਕਿਤੇ ਨਹੀਂ ਰਹਿਣਾ, ਨਾ ਹਿੰਦੁਸਤਾਨ ਵਿੱਚ ਨਾ ਪਾਕਿਸਤਾਨ ਵਿੱਚ। ਬੜੀ ਦੇਰ ਪਿੱਛੋਂ ਜਦੋਂ ਉਹਦਾ ਦੌਰਾ ਠੰਡਾ ਹੋਇਆ ਤਾਂ ਉਹ ਥੱਲੇ ਉਤਰਿਆ ਅਤੇ ਆਪਣੇ ਹਿੰਦੂ ਸਿੱਖ ਦੋਸਤਾਂ ਨਾਲ ਗਲੇ ਮਿਲ ਕੇ ਰੋਣ ਲੱਗਿਆ। ਇਸ ਖਿਆਲ ਨਾਲ ਉਹਦਾ ਮਨ ਭਰ ਆਇਆ ਸੀ ਕਿ ਉਹ ਉਸਨੂੰ ਛੱਡ ਕੇ ਹਿੰਦੁਸਤਾਨ ਚਲੇ ਜਾਣਗੇ। ਇੱਕ MSc ਪਾਸ ਰੇਡੀਓ ਇੰਜੀਨੀਅਰ ਜਿਹੜਾ ਮੁਸਲਮਾਨ ਸੀ ਤੇ ਦੂਜੇ ਪਾਗਲਾਂ ਤੋਂ ਬਿਲਕੁਲ ਅਲੱਗ-ਥਲੱਗ ਬਾਗ ਦੀ ਇੱਕ ਖਾਸ ਪਗਡੰਡੀ ਉੱਤੇ ਸਾਰਾ ਦਿਨ ਚੁੱਪਚਾਪ ਟਹਿਲਦਾ ਰਹਿੰਦਾ ਸੀ। ਵਿੱਚ ਇਹ ਤਬਦੀਲੀ ਪ੍ਰਗਟ ਹੋਈ ਕਿ ਉਹਨੇ ਆਪਣੇ ਸਾਰੇ ਕੱਪੜੇ ਉਤਾਰ ਕੇ ਦਫੇਦਾਰ ਦੇ ਹਵਾਲੇ ਕਰ ਦਿੱਤੇ ਅਤੇ ਨੰਗ ਤੜੰਗਾ ਹੋ ਕੇ ਸਾਰੇ ਬਾਗ ਵਿੱਚ ਤੁਰਨਾ ਫਿਰਨਾ ਸ਼ੁਰੂ ਕਰ ਦਿੱਤਾ। ਜਨੇਊੜ ਦੇ ਇੱਕ ਮੋਟੇ ਮੁਸਲਮਾਨ ਪਾਗਲ ਜਿਹੜਾ ਮੁਸਲਮਾਨ ਲੀਗ ਦਾ ਇੱਕ ਸਰਗਰਮ ਮੈਂਬਰ ਰਹਿ ਚੁੱਕਿਆ ਸੀ ਅਤੇ ਦਿਨ ਵਿੱਚ 15-16 ਵਾਰ ਨਹਾਇਆ ਕਰਦਾ ਸੀ ਤੇ ਇੱਕਦਮ ਆਦਤ ਛੱਡ ਦਿੱਤੀ। ਉਹਦਾ ਨਾਂ ਮੁਹੰਮਦ ਅਲੀ ਸੀ। ਸੋ ਉਹਨੇ ਇੱਕ ਦਿਨ ਆਪਣੇ ਜੰਗਲੇ ਵਿੱਚ ਐਲਾਨ ਕਰ ਦਿੱਤਾ ਕਿ ਉਹ ਕਾਇਦੇ ਆਜ਼ਮ ਮੁਹੰਮਦ ਅਲੀ ਜਿਨਾ ਹੈ। ਉਸਦੀ ਦੇਖਾ ਦੇਖੀ ਇੱਕ ਸਿੱਖ ਪਾਗਲ ਮਾਸਟਰ ਤਾਰਾ ਸਿੰਘ ਬਣ ਗਿਆ। ਇਸ ਤੋਂ ਪਹਿਲਾਂ ਕਿ ਖੂਨ ਖਰਾਬਾ ਹੋ ਜਾਏ ਤਾਂ ਉਹਨਾਂ ਨੂੰ ਖਤਰਨਾਕ ਪਾਗਲ ਕਰਾਰ ਦੇ ਕੇ ਅਲੱਗ-ਅਲੱਗ ਬੰਦ ਕਰ ਦਿੱਤਾ ਗਿਆ। ਲਾਹੌਰ ਦਾ ਇੱਕ ਨੌਜਵਾਨ ਹਿੰਦੂ ਵਕੀਲ ਮੁਹੱਬਤ ਵਿੱਚ ਅਸਫਲ ਹੋ ਕੇ ਪਾਗਲ ਹੋ ਗਿਆ ਸੀ।
जब उन्हें सुनिया कि अमृतसर हिंदुस्तान विच चला गया तो उन्हें बड़ा दुख होया। इस शहर दी एक हिंदू कुड़ी नाल उन्हें मुहब्बत हो गई सी, भावें जिसने उन्हें ठुकरा दिता सी, पर दीवानगी दी हालत विच भी ਉਹ उस कुड़ी नूं नहीं सी भुल्लिया। उन्हें सारे हिंदू अते मुसलमान लीडरां नूं गालां देण लग पिया, जिन्हां ने मिल मिला के हिंदुस्तान दे दो टुकड़े कर दिते। ਉਹਦੀ महबूबा हिंदुस्तानी बन गई है ते ਉਹ पाकिस्तानी। जब तबादले की गल शुरू हुई तो उस वकील नूं कई पागलों ने समझाया कि वो दिल थोड़ा ना करे, उन्हें हिंदुस्तान भेज दिता जाएगा, उसे हिंदुस्तान विच जिथे दी महबूबा रहिंदी है। पर वो लाहौर छड्ड के जाना नहीं सी चाहुंदा। उसका ख्याल सी कि अमृतसर विच उसकी प्रैक्टिस नहीं चलेगी। यूरोपियन वार्ड विच 2 एंग्लो इंडियन पागल सन। उन्हां नूं जदों पता लग्या कि हिंदुस्तान नूं आज़ाद करके अंग्रेज चले गए हन, उन्हां नूं बड़ा ही सदमा लग्या। वो लुक लुक के घंटियां बत्ती आपस विच इस अहम मसले ते गलबात करते रहंदे कि पागलखाने विच उन्हां दा स्थान किवें दा होवेगा। यूरोपियन वार्ड रहेगा जां उठ जावेगा, ब्रैकफास्ट मिलिया करेगा जां नहीं, ते की उन्हां नूं डबल रोटी दी थां ब्लडी इंडियन चपाती तां नहीं अंदर लंघाउणी पवेगी। ओह एक सिख सी जिसनूं पागलखाने विच दाखल होया 15 वरे हो चुके सन। हर वेले ਉਹਦੇ ਮੂੰਹ ਇਹ ਅਜੀਬ ਜਿਹੇ ਲਫ਼ਜ਼ ਸੁਣਾਈ ਦਿੰਦੇ ਸਨ। ਉਪਰੀ ਗੜਗੜ ਦੀ ਨੈਕਸ ਦੀ ਬੇਦਿਆਨਾ ਦੀ ਮੂੰਗ ਦੀ ਦਾਲ ਆਫ ਦੀ ਲਾਲਟੈਨ, ਉਪਰੀ ਗੜਗੜ ਦੀ ਨੈਕਸ ਦੀ ਬੇਦਿਆਨਾ ਦੀ ਮੂੰਗ ਦੀ ਦਾਲ ਆਫ ਦੀ ਲਾਲਟੈਨ। ਨਾ ਉਹ ਦਿਨੇ ਸੌਂਦਾ ਸੀ ਨਾ ਰਾਤ ਨੂੰ। ਪਹਿਰੇਦਾਰਾਂ ਦਾ ਇਹ ਕਹਿਣਾ ਸੀ ਕਿ 15 ਵਰਿਆਂ ਦੇ ਲੰਬੇ ਅਰਸੇ ਵਿੱਚ ਉਹ ਇੱਕ ਪਲ ਵੀ ਨਹੀਂ ਸੀ ਸੁੱਤਾ। ਉਹ ਲੇਟਦਾ ਵੀ ਨਹੀਂ ਸੀ, ਬਲਕਿ ਕਦੇ ਕਦੇ ਕੰਧ ਨਾਲ ਟੇਕ ਲਗਾ ਲੈਂਦਾ ਸੀ। ਚੱਤੇ ਪੈਰ ਖੜਾ ਰਹਿਣ ਕਰਕੇ ਉਸਦੇ ਪੈਰ ਸੁੱਜ ਗਏ ਸਨ ਅਤੇ ਪਿੰਜੜੀਆਂ ਵੀ ਫੁੱਲ ਗਈਆਂ ਸਨ। ਪਰ ਇਸ ਸਰੀਰਕ ਤਕਲੀਫ ਦੇ ਬਾਵਜੂਦ ਉਹ ਲੰਮਾ ਪੈ ਕੇ ਆਰਾਮ ਨਹੀਂ ਸੀ ਕਰਦਾ। ਕਦੇ ਵੀ ਨਹੀਂ ਸੀ ਸੌਂਦਾ। ਉਹ ਹਿੰਦੁਸਤਾਨ ਪਾਕਿਸਤਾਨ ਅਤੇ ਪਾਗਲਾਂ ਦੇ ਤਬਾਦਲੇ ਬਾਰੇ ਜਦ ਕਦੇ ਪਾਗਲਖਾਨੇ ਵਿੱਚ ਗੱਲਬਾਤ ਹੁੰਦੀ ਸੀ ਤਾਂ ਧਿਆਨ ਨਾਲ ਸੁਣਦਾ ਸੀ। ਕੋਈ ਉਸਨੂੰ ਪੁੱਛਦਾ ਕਿ ਉਸਦਾ ਕੀ ਖਿਆਲ ਹੈ, ਉਹ ਬੜੀ ਗੰਭੀਰਤਾ ਨਾਲ ਜਵਾਬ ਦਿੰਦਾ, ਉਪਰੀ ਗੜਗੜ ਦੀ ਨੈਕਸ ਦੀ ਬੇਦਿਆਨਾ ਦੀ ਮੂੰਗ ਦੀ ਦਾਲ ਆਫ ਦੀ ਪਾਕਿਸਤਾਨ ਗਵਰਨਮੈਂਟ, ਮੂੰਗ ਦੀ ਦਾਲ ਆਫ ਦੀ ਪਾਕਿਸਤਾਨ ਗਵਰਨਮੈਂਟ। ਪਰੰਤੂ ਬਾਅਦ ਵਿੱਚ ਆਫ ਦੀ ਪਾਕਿਸਤਾਨ ਗਵਰਨਮੈਂਟ ਦੀ ਥਾਂ ਆਫ ਦੀ ਟੋਪਾ ਟੇਕ ਸਿੰਘ ਗਵਰਨਮੈਂਟ ਨੇ ਲੈ ਲਈ ਅਤੇ ਉਹਨੇ ਦੂਜੇ ਪਾਗਲਾਂ ਤੋਂ ਪੁੱਛਣਾ ਸ਼ੁਰੂ ਕਰ ਦਿੱਤਾ ਕਿ ਟੋਪਾ ਟੇਕ ਸਿੰਘ ਕਿੱਥੇ ਹੈ ਤੇ ਜਿੱਥੇ ਤੋਂ ਰਹਿਣ ਵਾਲਾ ਹੈ। ਪਰ ਕਿਸੇ ਨੂੰ ਵੀ ਨਹੀਂ ਸੀ ਪਤਾ ਕਿ ਟੋਪਾ ਟੇਕ ਸਿੰਘ ਪਾਕਿਸਤਾਨ ਵਿੱਚ ਹੈ ਜਾਂ ਹਿੰਦੁਸਤਾਨ ਵਿੱਚ। ਜੋ ਦੱਸਣ ਦੀ ਕੋਸ਼ਿਸ਼ ਕਰਦੇ ਸਨ ਉਹ ਆਪ ਇਸ ਉਲਝਣ ਵਿੱਚ ਫਸ ਜਾਂਦੇ ਸਨ ਕਿ ਸਿਆਲਕੋਟ ਪਹਿਲਾਂ ਹਿੰਦੁਸਤਾਨ ਵਿੱਚ ਹੁੰਦਾ ਸੀ, ਪਰ ਹੁਣ ਸੁਣਿਆ ਕਿ ਪਾਕਿਸਤਾਨ ਵਿੱਚ ਹੈ। ਕੀ ਪਤਾ ਹੈ ਕਿ ਲਾਹੌਰ ਜੋ ਅੱਜ ਪਾਕਿਸਤਾਨ ਵਿੱਚ ਹੈ ਕੱਲ ਹਿੰਦੁਸਤਾਨ ਵਿੱਚ ਚਲਿਆ ਜਾਵੇ। ਇਹ ਵੀ ਤਾਂ ਹੋ ਸਕਦਾ ਹੈ ਨਾ, ਜਾਂ ਸਾਰਾ ਹਿੰਦੁਸਤਾਨ ਹੀ ਪਾਕਿਸਤਾਨ ਬਣ ਜਾਵੇ। ਅਤੇ ਇਹ ਵੀ ਕੌਣ ਛਾਤੀ ਉੱਤੇ ਹੱਥ ਰੱਖ ਕੇ ਕਹਿ ਸਕਦਾ ਹੈ ਕਿ ਹਿੰਦੁਸਤਾਨ ਅਤੇ ਪਾਕਿਸਤਾਨ ਦੋਨੋਂ ਕਿਸੇ ਦਿਨ ਸਿਰੇ ਤੋਂ ਹੀ ਗਾਇਬ ਹੋ ਜਾਣ। ਇਸ ਇੱਕ ਪਾਗਲ ਦੇ ਕੇਸ ਸਿੱਧੇ ਹੋ ਕੇ ਬਹੁਤ ਹੀ ਘੱਟ ਰਹਿ ਗਏ ਸਨ, ਕਿਉਂਕਿ ਉਹਨਾਂ ਹੁੰਦਾ ਕਦੇ ਕਦਾਈ ਸੀ। ਇਸ ਲਈ ਦਾੜੀ ਦੇ ਵਾਲ ਆਪਸ ਵਿੱਚ ਜੁੜ ਗਏ ਸਨ, ਜਿਸ ਕਾਰਨ ਉਹਦੀ ਸ਼ਕਲ ਬੜੀ ਭਿਆਨਕ ਹੋ ਗਈ ਸੀ। ਪਰ ਆਦਮੀ ਨਿਡਰ ਸੀ। 15 ਵਰਿਆਂ ਵਿੱਚ ਉਹਨੇ ਕਦੇ ਵੀ ਕਿਸੇ ਨਾਲ ਝਗੜਾ ਨਹੀਂ ਸੀ ਕੀਤਾ। ਪਾਗਲਖਾਨੇ ਦੇ ਜੋ ਪੁਰਾਣੇ ਨੌਕਰ ਸਨ ਉਹ ਉਹਦੇ ਬਾਰੇ ਇੰਨਾ ਕੁ ਜਾਣਦੇ ਸਨ ਕਿ ਟੋਪਾ ਟੇਕ ਸਿੰਘ ਵਿੱਚ ਉਹਦੀ ਕਾਫੀ ਜ਼ਮੀਨ ਸੀ। ਚੰਗਾ ਖਾਂਦਾ ਪੀਂਦਾ ਜ਼ਿਮੀਦਾਰ ਸੀ ਕਿ ਅਚਾਨਕ ਦਿਮਾਗ ਹਿੱਲ ਗਿਆ। ਉਹਦੇ ਰਿਸ਼ਤੇਦਾਰ ਉਹਨੂੰ ਲੋਹੇ ਦੇ ਮੋਟੇ-ਮੋਟੇ ਸੰਗਲਾਂ ਨਾਲ ਬੰਨ੍ਹ ਕੇ ਲਿਆਏ ਤੇ ਪਾਗਲਖਾਨੇ ਦਾਖਲ ਕਰਾ ਦਿੱਤਾ। ਮਹੀਨੇ ਵਿੱਚ ਇੱਕ ਵੇਰਾ ਮੁਲਾਕਾਤ ਲਈ ਉਹ ਲੋਕ ਆਉਂਦੇ ਸਨ ਅਤੇ ਉਸਦੀ ਸੁੱਖ ਸਾਂਦ ਦਾ ਪਤਾ ਕਰਕੇ ਚਲੇ ਜਾਂਦੇ ਸਨ। ਬੜੀ ਦੇਰ ਤੱਕ ਇਹ ਸਿਲਸਿਲਾ ਜਾਰੀ ਰਿਹਾ, ਪਰ ਜਦੋਂ ਪਾਕਿਸਤਾਨ ਹਿੰਦੁਸਤਾਨ ਦੀ ਗੜਬੜ ਸ਼ੁਰੂ ਹੋਈ ਤਾਂ ਉਹਨਾਂ ਦਾ ਆਉਣਾ ਜਾਣਾ ਬੰਦ ਹੋ ਗਿਆ। ਉਹਦਾ ਨਾਮ ਬਿਸ਼ਨ ਸਿੰਘ ਸੀ, ਪਰ ਸਾਰੇ ਜਣੇ ਉਸਨੂੰ ਟੋਪਾ ਟੇਕ ਸਿੰਘ ਕਹਿੰਦੇ ਸਨ। ਉਹਨੂੰ ਬਿਲਕੁਲ ਵੀ ਪਤਾ ਨਹੀਂ ਸੀ ਕਿ ਦਿਨ ਕਿਹੜਾ ਹੈ, ਮਹੀਨਾ ਕਿਹੜਾ ਹੈ ਜਾਂ ਕਿੰਨੇ ਸਾਲ ਬੀਤ ਚੁੱਕੇ ਨੇ। ਪਰੰਤੂ ਹਰ ਮਹੀਨੇ ਜਦ ਵੀ ਉਸਦੇ ਸਕੇ ਸੰਬੰਧੀ ਉਸਨੂੰ ਮਿਲਣ ਵਾਸਤੇ ਆਉਣ ਵਾਲੇ ਹੁੰਦੇ ਤਾਂ ਉਹਨੂੰ ਆਪਣੇ ਆਪ ਪਤਾ ਲੱਗ ਜਾਂਦਾ। ਇਸ ਲਈ ਉਹ ਦਫੇਦਾਰ ਨੂੰ ਕਹਿੰਦਾ ਕਿ ਉਹਦੀ ਮੁਲਾਕਾਤ ਆ ਰਹੀ ਹੈ। ਉਸ ਦਿਨ ਉਹ ਚੰਗੀ ਤਰ੍ਹਾਂ ਨਹਾਉਂਦਾ, ਸਰੀਰ ਉੱਤੇ ਖੂਬ ਸਾਬਣ ਘਸਾਉਂਦਾ ਤੇ ਵਾਲਾਂ 'ਚ ਤੇਲ ਲਾ ਕੇ ਕੰਘਾ ਕਰਦਾ। ਆਪਣੇ ਉਹ ਕੱਪੜੇ 'ਚੋਂ ਉਹਨੇ ਕਦੇ ਵਰਤਦਾ ਵੀ ਨਹੀਂ ਸੀ ਨਾ, ਕਢਵਾ ਕੇ ਪਾਉਂਦਾ ਤੇ ਇਉਂ ਸੱਜ ਤੱਜ ਕੇ ਮਿਲਣ ਵਾਲਿਆਂ ਕੋਲ ਜਾਂਦਾ। ਉਹ ਕੁਝ ਪੁੱਛਦੇ ਤਾਂ ਚੁੱਪ ਰਹਿੰਦਾ ਜਾਂ ਕਦੇ ਕਦਾਈ ਉਪਰੀ ਦੀ ਗੜਗੜ ਦੀ ਅਨਾਜ ਦੀ ਬੇਦਿਆਨਾ ਦੀ ਮੂੰਗ ਦੀ ਦਾਲ ਆਫ ਦੀ ਲਾਲਟਨ ਇਹ ਕਹਿ ਦਿੰਦਾ। ਉਹਦੀ ਇੱਕ ਕੁੜੀ ਸੀ ਜੋ ਹਰ ਮਹੀਨੇ ਇੱਕ ਉਂਗਲੀ ਵੱਧਦੀ 15 ਵਰਿਆਂ ਵਿੱਚ ਮੁਟਿਆਰ ਹੋ ਗਈ ਸੀ।
ਬਿਸ਼ਨ ਸਿੰਘ ਨੂੰ ਪਹਿਚਾਣਦਾ ਹੀ ਨਹੀਂ ਸੀ। ਉਹ ਬੱਚੀ ਸੀ, ਉਦੋਂ ਵੀ ਆਪਣੇ ਆਪ ਨੂੰ ਦੇਖ ਕੇ ਰੋਂਦੀ ਸੀ। ਮੁਟਿਆਰ ਹੋਈ ਤਦ ਵੀ ਉਹਦੀਆਂ ਅੱਖਾਂ ਵਿੱਚੋਂ ਹੰਝੂ ਵਹਿੰਦੇ ਸਨ। ਪਾਕਿਸਤਾਨ ਅਤੇ ਹਿੰਦੁਸਤਾਨ ਦਾ ਜਦ ਕਿੱਸਾ ਸ਼ੁਰੂ ਹੋਇਆ ਤਾਂ ਉਹਨੇ ਦੂਜੇ ਪਾਗਲਾਂ ਤੋਂ ਪੁੱਛਣਾ ਸ਼ੁਰੂ ਕਰ ਦਿੱਤਾ ਕਿ ਟੋਬਾ ਟੇਕ ਸਿੰਘ ਕਿੱਥੇ ਹੈ। ਜਦੋਂ ਉਹਨੂੰ ਤਸੱਲੀ ਬਖਸ਼ ਜਵਾਬ ਨਾ ਮਿਲਿਆ ਤਾਂ ਉਹਦੀ ਟੋਟ ਦਿਨ ਪ੍ਰਤੀ ਦਿਨ ਵੱਧਦੀ ਗਈ। ਹੁਣ ਮੁਲਾਕਾਤ ਵੀ ਨਹੀਂ ਸੀ ਆਉਂਦੀ। ਪਹਿਲਾਂ ਤਾਂ ਉਹਨੂੰ ਆਪਣੇ ਆਪ ਪਤਾ ਲੱਗ ਜਾਂਦਾ ਸੀ ਕਿ ਮਿਲਣ ਵਾਲੇ ਆ ਰਹੇ ਨੇ, ਪਰ ਹੁਣ ਜਿਵੇਂ ਉਹਦੇ ਦਿਲ ਦੀ ਆਵਾਜ਼ ਹੀ ਬੰਦ ਹੋ ਗਈ ਸੀ ਜੋ ਉਸਨੂੰ ਉਹਨਾਂ ਦੇ ਆਉਣ ਦੀ ਖਬਰ ਦੇ ਦਿਆ ਕਰਦੀ ਸੀ। ਉਹਦੀ ਬੜੀ ਇੱਛਾ ਸੀ ਕਿ ਉਹ ਲੋਕ ਆਉਣ ਜੋ ਉਸ ਨਾਲ ਹਮਦਰਦੀ ਪ੍ਰਗਟ ਕਰਦੇ ਸਨ ਤੇ ਉਹਦੇ ਵਾਸਤੇ ਫਲ, ਮਠਿਆਈਆਂ ਤੇ ਕੱਪੜੇ ਲਿਆਉਂਦੇ ਸਨ। ਉਹ ਆਉਣ ਤਾਂ ਉਹਨਾਂ ਤੋਂ ਪੁੱਛੇਗਾ ਕਿ ਟੋਬਾ ਟੇਕ ਸਿੰਘ ਕਿੱਥੇ ਹੈ, ਤਾਂ ਉਹਨੂੰ ਜ਼ਰੂਰ ਹੀ ਦੱਸ ਦੇਣਗੇ ਕਿ ਟੋਬਾ ਟੇਕ ਸਿੰਘ ਪਾਕਿਸਤਾਨ ਵਿੱਚ ਹੈ ਜਾਂ ਹਿੰਦੁਸਤਾਨ ਵਿੱਚ, ਕਿਉਂਕਿ ਉਹਦਾ ਖਿਆਲ ਸੀ ਕਿ ਉਹ ਟੋਬਾ ਟੇਕ ਸਿੰਘ ਤੋਂ ਹੀ ਆਉਂਦੇ ਨੇ ਜਿੱਥੇ ਉਹਦੀਆਂ ਜ਼ਮੀਨਾਂ ਨੇ। ਪਾਗਲਖਾਨੇ ਵਿੱਚ ਇੱਕ ਪਾਗਲ ਅਜਿਹਾ ਵੀ ਸੀ ਜੋ ਆਪਣੇ ਆਪ ਨੂੰ ਖੁਦਾ ਕਹਿੰਦਾ ਸੀ। ਬਿਸ਼ਨ ਸਿੰਘ ਨੇ ਉਸ ਤੋਂ ਜਦ ਇੱਕ ਦਿਨ ਪੁੱਛਿਆ ਕਿ ਟੋਬਾ ਟੇਕ ਸਿੰਘ ਪਾਕਿਸਤਾਨ ਵਿੱਚ ਹੈ ਜਾਂ ਹਿੰਦੁਸਤਾਨ ਵਿੱਚ, ਤਾਂ ਉਹਨੇ ਆਪਣੀ ਆਦਤ ਅਨੁਸਾਰ ਠਹਾਕਾ ਮਾਰਿਆ ਤੇ ਕਿਹਾ, ਉਹ ਤਾਂ ਪਾਕਿਸਤਾਨ ਵਿੱਚ ਹੈ ਨਾ ਹਿੰਦੁਸਤਾਨ ਵਿੱਚ, ਕਿਉਂਕਿ ਅਸੀਂ ਅਜੇ ਤੱਕ ਹੁਕਮ ਹੀ ਨਹੀਂ ਦਿੱਤਾ। ਅਸੀਂ ਹੁਕਮ ਨਹੀਂ ਦਿੱਤਾ ਸੀ, ਖੁਦਾ ਜੋ ਹੈ। ਬਿਸ਼ਨ ਸਿੰਘ ਨੇ ਉਸ ਖੁਦਾ ਨੂੰ ਕਈ ਵਾਰੀ ਬੜੀ ਮਿੰਨਤ ਤਰਲੇ ਨਾਲ ਕਿਹਾ ਕਿ ਹੁਕਮ ਦੇ ਦੇਵੇ ਤਾਂ ਕਿ ਝੰਜਟ ਮੁੱਕੇ, ਪਰ ਖੁਦਾ ਬਹੁਤ ਰੁੱਝਾ ਹੋਇਆ ਸੀ ਕਿਉਂਕਿ ਉਹਨੇ ਹੋਰ ਬਥੇਰੇ ਹੁਕਮ ਦੇਣੇ ਸਨ। ਇੱਕ ਦਿਨ ਦੁਖੀ ਹੋ ਕੇ ਬਿਸ਼ਨ ਸਿੰਘ ਖੁਦਾ ਨੂੰ ਟੁੱਟ ਕੇ ਪੈ ਗਿਆ। ਉੱਪਰ ਫਿੱਕਰ ਕਰਦੇ ਵਾਸਤੇ ਬੇਟਾ ਦਾ ਦੀ ਤਾਰੀਫ ਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜੋ ਬੋਲੇ ਸੋਹਣੇ ਹਾਲ, ਸਤਿ ਸ੍ਰੀ ਅਕਾਲ। ਇਸ ਦਾ ਸ਼ਾਇਦ ਇਹ ਮਤਲਬ ਸੀ ਕਿ ਤੂੰ ਮੁਸਲਮਾਨਾਂ ਦਾ ਖੁਦਾ ਹੈ, ਸਿੱਖਾਂ ਦਾ ਖੁਦਾ ਹੁੰਦਾ ਤਾਂ ਜ਼ਰੂਰ ਮੇਰੀ ਸੁਣਦਾ। ਵਟਾਂਦਰੇ ਤੋਂ ਕੁਝ ਦਿਨ ਪਹਿਲਾਂ ਟੋਬਾ ਟੇਕ ਸਿੰਘ ਦਾ ਇੱਕ ਮੁਸਲਮਾਨ ਜੋ ਬਿਸ਼ਨ ਸਿੰਘ ਦਾ ਦੋਸਤ ਸੀ ਮੁਲਾਕਾਤ ਲਈ ਆਇਆ। ਪਹਿਲਾਂ ਕਦੇ ਨਹੀਂ ਸੀ ਆਇਆ। ਜਦੋਂ ਬਿਸ਼ਨ ਸਿੰਘ ਨੇ ਉਸ ਨੂੰ ਦੇਖਿਆ ਤਾਂ ਇੱਕ ਪਾਸੇ ਹਟ ਗਿਆ, ਫਿਰ ਵਾਪਸ ਜਾਣ ਲੱਗਾ, ਪਰ ਸਿਪਾਹੀਆਂ ਨੇ ਉਹਨੂੰ ਰੋਕ ਲਿਆ। ਇਹ ਤੈਨੂੰ ਮਿਲਣ ਆਇਆ ਹੈ, ਤੇਰਾ ਦੋਸਤ ਫਜ਼ਲਦੀਨ ਹੈ, ਮਿਲ ਲੈ ਇਹਨੂੰ। ਬਿਸ਼ਨ ਸਿੰਘ ਨੇ ਫਜ਼ਲਦੀਨ ਨੂੰ ਇੱਕ ਨਜ਼ਰ ਦੇਖਿਆ ਤੇ ਬੁੜਬੁੜਾਉਣ ਲੱਗਾ। ਫਜ਼ਲਦੀਨ ਨੇ ਅੱਗੇ ਵੱਧ ਕੇ ਉਹਦੇ ਮੋਢੇ ਉੱਤੇ ਹੱਥ ਰੱਖਿਆ। ਬਿਸ਼ਨ ਸਿੰਘ, ਮੈਂ ਕਈ ਦਿਨਾਂ ਤੋਂ ਸੋਚ ਰਿਹਾ ਸੀ ਕਿ ਤੈਨੂੰ ਮਿਲਾਂ, ਪਰ ਵੇਲ ਹੀ ਨਾ ਮਿਲੀ। ਤੇਰੇ ਸਭ ਆਦਮੀ ਖੈਰੀਅਤ ਨਾਲ ਹਿੰਦੁਸਤਾਨ ਚਲੇ ਗਏ ਨੇ। ਮੈਥੋਂ ਜਿੰਨੀ ਮਦਦ ਹੋ ਸਕੀ ਮੈਂ ਕੀਤੀ। ਤੇ ਤੇਰੀ ਧੀ ਰੂਪ ਕਰ। ਉਹ ਬੋਲਦਿਆਂ ਬੋਲਦਿਆਂ ਰੁਕ ਗਿਆ। ਬਿਸ਼ਨ ਸਿੰਘ ਕੁਝ ਯਾਦ ਕਰਨ ਲੱਗਿਆ। ਧੀ ਰੂਪ ਕੌਰ? ਰੂਪ ਕੌਰ? ਫਜ਼ਲਦੀਨ ਨੇ ਰੁਕ ਕੇ ਕਿਹਾ, ਹਾਂ ਹਾਂ ਹਾਂ, ਉਹ ਵੀ ਠੀਕ ਠਾਕ ਹੈ, ਉਹਨਾਂ ਦੇ ਨਾਲ ਹੀ ਚਲੀ ਗਈ ਸੀ। ਹਾਂ, ਚਲੀ ਗਈ ਸੀ ਉਹਨਾਂ ਦੇ ਨਾਲ ਹੀ। ਬਿਸ਼ਨ ਸਿੰਘ ਚੁੱਪ ਰਿਹਾ। ਫਜ਼ਲਦੀਨ ਨੇ ਫੇਰ ਕਹਿਣਾ ਸ਼ੁਰੂ ਕਰ ਦਿੱਤਾ, ਉਹਨਾਂ ਨੇ ਮੈਨੂੰ ਕਿਹਾ ਸੀ ਕਿ ਤੇਰੀ ਖੈਰ ਖੈਰੀਅਤ ਪੁੱਛਦਾ ਰਹਾਂ। ਹੁਣ ਮੈਂ ਸੁਣਿਆ ਤੂੰ ਹਿੰਦੁਸਤਾਨ ਜਾ ਰਿਹਾ। ਭਾਈ ਬਲਬੀਰ ਸਿੰਘ ਤੇ ਭਾਈ ਵਧਾਵਾ ਸਿੰਘ ਨੂੰ ਮੇਰਾ ਸਲਾਮ ਕਹਿਣਾ ਤੇ ਭੈਣ ਅੰਮ੍ਰਿਤ ਕੌਰ ਨੂੰ ਵੀ। ਭਾਈ ਬਲਬੀਰ ਸਿੰਘ ਨੂੰ ਕਹਿਣਾ ਕਿ ਫਜ਼ਲਦੀਨ ਰਾਜ਼ੀ ਖੁਸ਼ੀ ਹੈ। 2 ਬੋਰੀਆਂ ਮੈਸਾਂ ਜੋ ਛੱਡ ਗਏ ਸੀ ਉਹਨਾਂ 'ਚ ਇੱਕ ਨੇ ਕੱਟਾ ਦਿੱਤਾ ਤੇ ਦੂਜੀ ਨੇ ਕੱਟੀ ਦਿੱਤੀ ਹੈ, ਪਰ ਉਹ ਜਿਹੜੀ ਕੱਟੀ ਸੀ ਨਾ ਉਹ 6 ਦਿਨਾਂ ਦੀ ਹੋ ਕੇ ਮਰ ਗਈ। ਹੋਰ ਯਾਰਾ ਮੇਰੇ ਲਾਇਕ ਜੋ ਖਿਦਮਤ ਹੋਵੇ ਕਹੀਂ, ਮੈਂ ਹਰ ਵਕਤ ਤਿਆਰ ਹਾਂ ਤੇਰੀ ਖਾਤਰ। ਔਰ ਆ ਤੇਰੇ ਲਈ ਥੋੜੇ ਜਿਹੇ ਮਰੂੰਡੇ ਲਿਆਇਆ ਵਾਂ, ਲੈ ਫੜ ਲਾ। ਬਿਸ਼ਨ ਸਿੰਘ ਨੇ ਮਰੂੰਡਿਆਂ ਦੀ ਪੋਟਲੀ ਲੈ ਕੇ ਖੜੇ ਸਿਪਾਹੀ ਦੇ ਹਵਾਲੇ ਕਰ ਦਿੱਤੀ ਤੇ ਫਜ਼ਲਦੀਨ ਨੂੰ ਕਿਹਾ, ਉਹ ਟੋਬਾ ਟੇਕ ਸਿੰਘ ਕਿੱਥੇ ਹੈ? ਕਿੱਥੇ ਹੈ? ਫਜ਼ਲਦੀਨ ਨੇ ਥੋੜਾ ਹੈਰਾਨ ਹੋ ਕੇ ਪੁੱਛਿਆ। ਓਏ ਉੱਥੇ ਹੀ ਜਿੱਥੇ ਸੀ। ਬਿਸ਼ਨ ਸਿੰਘ ਨੇ ਫਿਰ ਪੁੱਛਿਆ, ਉਹ ਪਾਕਿਸਤਾਨ ਵਿੱਚ ਹੈ ਜਾਂ ਹਿੰਦੁਸਤਾਨ ਵਿੱਚ ਹੈ? ਟੋਬਾ ਟੇਕ ਸਿੰਘ ਹੈ ਕਿੱਥੇ? ਹਿੰਦੁਸਤਾਨ ਵਿੱਚ? ਨਹੀਂ ਪਾਕਿਸਤਾਨ ਵਿੱਚ ਹੈ। ਪਾਕਿਸਤਾਨ ਵਿੱਚ ਹੈ ਟੋਬਾ ਟੇਕ ਸਿੰਘ। ਫਜ਼ਲਦੀਨ ਬੌਂਦਲ ਚ ਗਿਆ। ਬਿਸ਼ਨ ਸਿੰਘ ਬੁੜਬੁੜਾਉਂਦਾ ਹੋਇਆ ਚਲਾ ਗਿਆ। ਉੱਪਰ ਦੀ ਗੜਗੜ ਦੀ ਅਨੈਕਸ ਦੀ ਬੇਦਿਆਨਾ ਦੇ ਮੂੰਗ ਦੀ ਦਾਲ, ਪਾਕਿਸਤਾਨ ਹਿੰਦੁਸਤਾਨ ਆਫ ਦੀ ਦਰਫਿਟ ਮੂੰਹ। ਵਟਾਂਦਰੇ ਦੀਆਂ ਤਿਆਰੀਆਂ ਸ਼ੁਰੂ ਹੋ ਚੁੱਕੀਆਂ ਸਨ। ਇਧਰੋਂ ਉਧਰ ਅਤੇ ਉਧਰੋਂ ਇਧਰ ਆਉਣ ਵਾਲੇ ਪਾਗਲਾਂ ਦੀਆਂ ਸੂਚੀਆਂ ਪੁੱਜ ਚੁੱਕੀਆਂ ਸਨ ਅਤੇ ਵਟਾਂਦਰੇ ਦਾ ਦਿਨ ਵੀ ਨਿਸ਼ਚਿਤ ਹੋ ਗਿਆ। ਕੜਾਕੇ ਦੀ ਠੰਡ ਸੀ। ਜਦੋਂ ਲਾਹੌਰ ਦੇ ਪਾਗਲਖਾਨੇ ਵਿੱਚੋਂ ਹਿੰਦੂ ਸਿੱਖ ਪਾਗਲਾਂ ਨਾਲ ਭਰੀਆਂ ਹੋਈਆਂ ਲਾਰੀਆਂ ਪੁਲਿਸ ਦੇ ਸੁਰੱਖਿਆ ਦਸਤੇ ਦੇ ਨਾਲ ਰਵਾਨਾ ਹੋਈਆਂ। ਸੰਬੰਧਿਤ ਅਫਸਰ ਵੀ ਨਾਲ ਸਨ। ਵਾਗਾ ਦੇ ਬਾਰਡਰ ਤੇ ਦੋਨੋਂ ਪਾਸਿਆਂ ਦੇ ਸੁਪਰਡੈਂਟ ਇੱਕ ਦੂਜੇ ਨੂੰ ਮਿਲੇ ਤੇ ਮੁੱਢਲੀ ਕਾਰਵਾਈ ਮੁੱਕਣ ਪਿੱਛੋਂ ਵਟਾਂਦਰਾ ਸ਼ੁਰੂ ਹੋ ਗਿਆ ਜੋ ਰਾਤ ਭਰ ਜਾਰੀ ਰਿਹਾ। ਪਾਗਲਾਂ ਨੂੰ ਲਾਰੀਆਂ ਵਿੱਚੋਂ ਕੱਢਣਾ
ਅਤੇ ਉਹਨਾਂ ਨੂੰ ਦੂਜੇ ਅਫਸਰਾਂ ਦੇ ਹਵਾਲੇ ਕਰਨਾ ਬੜਾ ਔਖਾ ਕੰਮ ਸੀ। ਕਈ ਤਾਂ ਬਾਹਰ ਨਿਕਲਦੇ ਹੀ ਨਹੀਂ ਸਨ। ਜੋ ਨਿਕਲਣ ਲਈ ਰਜ਼ਾਮੰਦ ਹੁੰਦੇ ਸਨ ਉਹਨਾਂ ਨੂੰ ਸੰਭਾਲਣਾ ਮੁਸ਼ਕਿਲ ਹੋ ਜਾਂਦਾ ਸੀ, ਕਿਉਂਕਿ ਉਹ ਇੱਧਰ ਉੱਧਰ ਭੱਜ ਉੱਠਦੇ ਸਨ। ਜੋ ਨੰਗੇ ਸਨ ਉਹਨਾਂ ਨੂੰ ਕੱਪੜੇ ਪਵਾਏ ਜਾਂਦੇ ਤਾਂ ਉਹਨਾਂ ਨੂੰ ਪਾੜ ਕੇ ਆਪਣੇ ਸਰੀਰੋਂ ਲਾ ਸੁੱਟਦੇ। ਕੋਈ ਗਾਲਾਂ ਕੱਢ ਰਿਹਾ, ਕੋਈ ਗਾ ਰਿਹਾ, ਕੋਈ ਆਪਸ ਵਿੱਚ ਲੜ ਝਗੜ ਰਹੇ ਨੇ, ਰੋ ਰਹੇ ਨੇ, ਬਕ ਰਹੇ ਨੇ, ਕੰਨ ਪਈ ਆਵਾਜ਼ ਸੁਣਾਈ ਨਹੀਂ ਦਿੰਦੀ ਸੀ। ਪਾਗਲ ਔਰਤਾਂ ਦਾ ਸ਼ੋਰ ਸ਼ਰਾਬਾ ਵੱਖਰਾ ਸੀ ਅਤੇ ਠੰਡ ਇੰਨੀ ਕੜਾਕੇ ਦੀ ਸੀ ਕਿ ਦੰਦ ਵੱਜ ਰਹੇ ਸਨ। ਪਾਗਲਾਂ ਦੀ ਬਹੁਗਿਣਤੀ ਇਸ ਬਟਵਾਰੇ ਦੇ ਹੱਕ ਵਿੱਚ ਨਹੀਂ ਸੀ, ਇਸ ਵਾਸਤੇ ਕਿ ਉਹਨਾਂ ਦੀ ਸਮਝ ਵਿੱਚ ਹੀ ਨਹੀਂ ਸੀ ਆ ਰਿਹਾ ਕਿ ਉਹਨਾਂ ਨੂੰ ਆਪਣੀ ਜਗ੍ਹਾ ਤੋਂ ਪੁੱਟ ਕੇ ਕਿੱਥੇ ਸੁੱਟਿਆ ਜਾ ਰਿਹਾ ਹੈ। ਉਹ ਥੋੜੇ ਜਿਹੇ ਜੋ ਕੁਝ ਸਮਝ ਰਹੇ ਸਨ, ਪਾਕਿਸਤਾਨ ਜ਼ਿੰਦਾਬਾਦ ਅਤੇ ਪਾਕਿਸਤਾਨ ਮੁਰਦਾਬਾਦ ਇਹ ਨਾਰੇ ਲਾ ਰਹੇ ਸਨ। 2-3 ਵਾਰੀ ਫਸਾਦ ਹੁੰਦਾ ਬਚਿਆ, ਕਿਉਂਕਿ ਕਈ ਮੁਸਲਮਾਨਾਂ ਅਤੇ ਸਿੱਖਾਂ ਨੂੰ ਇਹ ਨਾਰੇ ਸੁਣ ਕੇ ਤੈਸ਼ ਆ ਗਿਆ ਸੀ। ਜਦ ਬਿਸ਼ਨ ਸਿੰਘ ਦੀ ਵਾਰੀ ਆਈ ਅਤੇ ਵਾਗੇ ਦੇ ਉਸ ਪਾਰ ਸੰਬੰਧਿਤ ਅਫਸਰ ਉਹਦਾ ਨਾਂ ਰਜਿਸਟਰ ਵਿੱਚ ਦਰਜ ਕਰਨ ਲੱਗਾ ਤਾਂ ਉਸਨੇ ਪੁੱਛਿਆ, ਟੋਬਾ ਟੇਕ ਸਿੰਘ ਕਿੱਥੇ ਹੈ? ਪਾਕਿਸਤਾਨ ਵਿੱਚ ਹੈ ਕਿ ਹਿੰਦੁਸਤਾਨ ਵਿੱਚ ਹੈ? ਕਿੱਥੇ ਹੈ ਟੋਬਾ ਟੇਕ ਸਿੰਘ? ਸੰਬੰਧਿਤ ਅਫਸਰ ਹੱਸਿਆ। ਪਾਕਿਸਤਾਨ ਵਿੱਚ ਹੈ ਟੋਬਾ ਟੇਕ ਸਿੰਘ ਸਰਦਾਰ ਜੀ, ਪਾਕਿਸਤਾਨ ਵਿੱਚ ਹੈ। ਇਹ ਸੁਣ ਕੇ ਬਿਸ਼ਨ ਸਿੰਘ ਉੱਛਲ ਕੇ ਇੱਕ ਪਾਸੇ ਹਟਿਆ ਤੇ ਦੌੜ ਕੇ ਆਪਣੇ ਬਾਕੀ ਸਾਥੀਆਂ ਦੇ ਕੋਲ ਪੁੱਜ ਗਿਆ। ਪਾਕਿਸਤਾਨੀ ਸਿਪਾਹੀਆਂ ਨੇ ਉਹਨੂੰ ਫੜ ਲਿਆ ਅਤੇ ਦੂਜੇ ਪਾਸੇ ਲਿਜਾਣ ਲੱਗੇ, ਪਰ ਉਹ ਜਾਣ ਤੋਂ ਇਨਕਾਰ ਕਰ ਦਿੱਤਾ ਉਸਨੇ। ਟੋਬਾ ਟੇਕ ਸਿੰਘ ਇੱਥੇ ਹੈ ਤੇ ਜ਼ੋਰ ਨਾਲ ਚੀਕਣ ਲੱਗਿਆ, ਉੱਪਰ ਦੀ ਗੜਗੜ ਦੀ ਨੈਕਸ ਦੀ ਬੇਦਿਆਨਾ ਦੀ ਮੂੰਗ ਦੀ ਦਾਲ ਦੀ ਟੋਬਾ ਟੇਕ ਸਿੰਘ ਐਂਡ ਪਾਕਿਸਤਾਨ। ਉੱਪਰ ਦੀ ਗੜਗੜ ਦੀ ਨੈਕਸ ਦੀ ਬੇਦਿਆਨਾ ਦੀ ਮੂੰਗ ਦੀ ਦਾਲ ਦੀ ਟੋਬਾ ਟੇਕ ਸਿੰਘ ਐਂਡ ਪਾਕਿਸਤਾਨ। ਪਾਕਿਸਤਾਨ। ਉਹਨੂੰ ਬਹੁਤ ਸਮਝਾਇਆ ਗਿਆ ਕਿ ਦੇਖ, ਹੁਣ ਟੋਬਾ ਟੇਕ ਸਿੰਘ ਹਿੰਦੁਸਤਾਨ ਵਿੱਚ ਚਲਾ ਗਿਆ, ਜੇ ਨਹੀਂ ਗਿਆ ਤਾਂ ਉਹਨੂੰ ਤੁਰੰਤ ਉੱਥੇ ਭੇਜ ਦਿੱਤਾ ਜਾਵੇਗਾ, ਪਰ ਉਹ ਨਾ ਮੰਨਿਆ। ਜਦੋਂ ਉਹਨੂੰ ਧੱਕੇ ਨਾਲ ਦੂਜੇ ਪਾਸੇ ਲਿਜਾਣ ਦੀ ਕੋਸ਼ਿਸ਼ ਕੀਤੀ ਗਈ ਤਾਂ ਉਹ ਵਿਚਕਾਰ ਇੱਕ ਥਾਂ ਇਸ ਢੰਗ ਨਾਲ ਆਪਣੀਆਂ ਸੁੱਜੀਆਂ ਹੋਈਆਂ ਟੰਗਾਂ ਉੱਤੇ ਖੜਾ ਹੋ ਗਿਆ ਜਿਵੇਂ ਹੁਣ ਉਹਨੂੰ ਕੋਈ ਤਾਕਤ ਨਹੀਂ ਹਿਲਾ ਸਕੇਗੀ। ਆਦਮੀ ਕਿਉਂਕਿ ਨਿਡਰ ਸੀ, ਇਸ ਲਈ ਉਹਦੇ ਨਾਲ ਬਹੁਤਾ ਧੱਕਾ ਨਾ ਕੀਤਾ ਗਿਆ। ਉਹਨੂੰ ਉੱਥੇ ਹੀ ਖੜਾ ਰਹਿਣ ਦਿੱਤਾ ਗਿਆ ਤੇ ਤਬਾਦਲੇ ਦਾ ਬਾਕੀ ਕੰਮ ਹੁੰਦਾ ਰਿਹਾ। ਸੂਰਜ ਨਿਕਲਣ ਤੋਂ ਪਹਿਲਾਂ ਚੁੱਪ ਚਪੀਤੇ ਬਿਸ਼ਨ ਸਿੰਘ ਦੇ ਹਲਕ ਵਿੱਚੋਂ ਇੱਕ ਅਸਮਾਨ ਨੂੰ ਚੀਰਦੀ ਹੋਈ ਚੀਕ ਨਿਕਲੀ। ਅਸਮਾਨ ਨੂੰ ਚੀਰਦੀ ਹੋਈ ਚੀਕ। ਇੱਧਰੋਂ ਉੱਧਰੋਂ ਕਈ ਅਫਸਰ ਭੱਜੇ ਆਏ ਤੇ ਉਹਨਾਂ ਨੇ ਦੇਖਿਆ ਕਿ ਉਹ ਆਦਮੀ ਜੋ 15 ਵਰਿਆਂ ਤੱਕ ਦਿਨ ਰਾਤ ਆਪਣੀਆਂ ਟੰਗਾਂ ਉੱਤੇ ਖੜਾ ਰਿਹਾ ਸੀ, ਮੁੱਦੇ ਮੂੰਹ ਪਿਆ ਸੀ। ਅੱਜ ਉਹ ਆਦਮੀ ਮੁੱਦੇ ਮੂੰਹ। ਉੱਧਰ ਕੰਡਿਆਲੀਆਂ ਤਾਰਾਂ ਦੇ ਪਿੱਛੇ ਹਿੰਦੁਸਤਾਨ ਸੀ, ਇੱਧਰ ਇਹੋ ਜਿਹੀਆਂ ਤਾਰਾਂ ਦੇ ਪਿੱਛੇ ਪਾਕਿਸਤਾਨ। ਵਿਚਕਾਰ ਜ਼ਮੀਨ ਦੇ ਉਸ ਟੁਕੜੇ ਉੱਤੇ ਜਿਸ ਦਾ ਕੋਈ ਨਾਂ ਨਹੀਂ ਸੀ, ਟੋਬਾ ਟੇਕ ਸਿੰਘ ਪਿਆ ਸੀ। ਜ਼ਮੀਨ ਦੇ ਉੱਤੇ ਜਿਸ ਦਾ ਕੋਈ ਵੀ ਨਾਂ ਨਹੀਂ ਸੀ, ਉੱਥੇ ਪਿਆ ਸੀ ਟੋਬਾ ਟੇਕ ਸਿੰਘ। ਉੱਥੇ ਪਿਆ ਸੀ ਟੋਬਾ ਟੇਕ ਸਿੰਘ।